ਜਸ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ। ਤੁਸੀਂ ਵੇਖ ਰਹੇ ਹੋ ਸਾਡੀ ਖਾਸ ਪੇਸ਼ਕਸ਼ ਸਮਾਜ ਸੇਵਾ ਤੇ ਸੰਵਿਧਾਨ। ਪਿਛਲੀ ਕੜੀ ਦੇ ਵਿੱਚ ਅਸੀਂ ਜਿਹੜੀ ਸ਼ੁਰੂਆਤ ਕੀਤੀ ਸੀਗੀ ਉਸੇ ਕੜੀ ਨੂੰ ਅੱਗੇ ਤੋਰਦੇ ਹੋਏ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ। ਪਹਿਲਾਂ ਸਟੂਡੀਓ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਾਡੇ ਨਾਲ ਮੌਜੂਦ ਨੇ ਸ਼ਮਸ਼ੇਰ ਸਿੰਘ ਜੀ। ਸ਼ਮਸ਼ੇਰ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਇਸ ਚਰਚਾ। ਬਹੁਤ ਬਹੁਤ ਧੰਨਵਾਦ ਜੀ। ਸਮੂਹ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਪਿਛਲੀ ਕੜੀ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸਮਾਜ ਸੇਵਾ ਤੇ ਸੰਵਿਧਾਨ ਦੋਵਾਂ ਦਾ ਆਪਸ ਵਿੱਚ ਸੰਬੰਧ ਕਿਸ ਤਰੀਕੇ ਦਾ ਹੈਗਾ, ਕਿਸ ਤਰੀਕੇ ਜਿਹੜਾ ਹੈਗਾ ਸਮਾਜ ਸੇਵਾ ਕੀਤੀ ਜਾ ਰਹੀ ਹੈ ਔਰ ਕਿਹੜੇ ਸਵਾਲ ਜਿਹੜੇ ਹੈਗੇ ਉਹ ਖੜੇ ਹੁੰਦੇ ਨੇ ਸਮਾਜ ਸੇਵਾ ਕਰਦੇ ਹੋਏ, ਕਿਹੜੇ ਸਵਾਲ ਜਿਹੜੇ ਹੈਗੇ ਸਾਹਮਣੇ ਆਉਂਦੇ ਨੇ। ਤੇ ਉਂਝ ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ, ਲੋਕ ਕੀ ਸਮਝਣਾ ਚਾਹੁੰਦੇ ਨੇ, ਕੀ ਜਾਣਨਾ ਚਾਹੁੰਦੇ ਨੇ, ਇਸ ਕੜੀ ਦੇ ਵਿੱਚ ਅਸੀਂ ਗੱਲ ਕਰਾਂਗੇ ਖਾਸ ਵਿਸ਼ੇ ਤੇ ਜਿਹੜਾ ਸਮਾਜ ਸੇਵਾ ਦੇ ਨਾਲ ਜਿਹੜਾ ਹੈਗਾ ਜੁੜਿਆ ਹੋਇਆ ਹੈ। ਸ਼ਮਸ਼ੇਰ ਸਿੰਘ ਜੀ, ਦਾਨ ਜਿਹੜਾ ਸ਼ਬਦ ਹੈਗਾ ਉਹ ਸਮਾਜ ਸੇਵਾ ਦੇ ਨਾਲ ਬਹੁਤ ਇਹ ਕਹਿ ਲਿਆ ਜਾਵੇ ਕਿ ਇੱਕ ਦੂਜੇ ਨਾਲ ਜੁੜੇ ਹੋਏ ਹੈ, ਇੱਕ ਦੂਜੇ ਲਈ ਜ਼ਰੂਰੀ ਹੈਗੇ ਹੈ। ਔਰ ਸੰਵਿਧਾਨ ਦੀ ਜੇਕਰ ਗੱਲ ਕਰੀਏ ਤਾਂ ਸੰਵਿਧਾਨ ਵੀ ਇਸ ਨੂੰ ਲੈ ਕੇ ਕਈ ਸਾਰੀਆਂ ਗੱਲਾਂ ਕਰਦਾ ਹੈ। ਸੋ ਦਾਨ ਦੇ ਵਿਸ਼ੇ ਤੇ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਦਾਨ ਜਿਹੜਾ ਹੈਗਾ ਇਹਦੇ ਕਨਸੈਪਟ ਜਿਹੜਾ ਹੈਗਾ ਇਸ ਤੇ ਕਈ ਸਾਰੇ ਮਾਇਨੇ ਕੱਢਦੇ ਨੇ ਲੋਕ, ਧਾਰਮਿਕ ਪੱਧਰ ਤੇ ਵੀ, ਸੋਸ਼ਲ ਲੈਵਲ ਤੇ ਵੀ। ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖੋ? ਦੇਖੋ, ਇਸ ਦੁਨੀਆ ਜਦੋਂ ਗੱਲ ਦਾਨ ਦੀ ਹੁੰਦੀ ਹੈ, ਜਦੋਂ ਗੱਲ ਸੇਵਾ ਦੀ ਹੁੰਦੀ, ਤੁਸੀਂ ਸਮਾਜ ਸੇਵਾ ਦੀ ਗੱਲ ਕੀਤੀ ਹੈ, ਤੇ ਜਿਹੜਾ ਮਤਲਬ ਇਹ ਸਭ ਕੁਝ ਦੇਣ ਦੇ ਉੱਤੇ ਖੜਾ। ਜਿਹੜੀ ਚੀਜ਼ ਅਸੀਂ ਜੋ ਵੀ ਸਾਨੂੰ ਕੁਦਰਤ ਨੇ ਦਿੱਤਾ, ਜਦੋਂ ਅਸੀਂ ਉਹ ਕੁਦਰਤ ਦੇ ਬੰਦਿਆਂ ਦੇ ਲਈ ਗੱਲ ਦੇਣ ਦਾ ਐਟੀਟਿਊਡ ਹੁੰਦਾ ਸਾਡਾ, ਫਿਰ ਉਹ ਸਾਰਾ ਕੁਝ ਦਾਨ ਦੇ ਵਿੱਚ ਹੁੰਦਾ। ਦਾਨ ਦੇ ਵਿੱਚ ਪੈਸਾ ਵੀ ਹੁੰਦਾ, ਦਾਨ ਦੇ ਵਿੱਚ ਹਰ ਚੀਜ਼ ਆਉਂਦੀ ਹੈ। ਆਪਣੇ ਤੁਸੀਂ ਐਕਸਪੀਰੀਅੰਸ ਸ਼ੇਅਰ ਕਰਦੇ ਹੋ ਤੇ ਤੁਸੀਂ ਆਪਣਾ ਜੀਵਨ ਦਿੰਦੇ ਹੋ, ਕਿਉਂਕਿ ਕੁਦਰਤ ਨੇ ਤੁਹਾਨੂੰ ਜੀਵਨ ਦਿੱਤਾ। ਕੁਦਰਤ ਦੇ ਬੰਦਿਆਂ ਲਈ, ਕੁਦਰਤ ਦੇ ਆਸ਼ਿਕ, ਸੱਚ ਦੇ ਆਸ਼ਕਾਂ ਨੇ ਜਿਹੜਾ ਸੀ ਨਾ, ਉਸ ਦੇ ਵਿੱਚ ਸਾਰਾ ਕੁਝ ਜੋ ਦਿੱਤਾ ਹੈ, ਜਦੋਂ ਸਾਰਾ ਕੁਝ ਦਿੱਤਾ ਹੈ ਤੇ ਸਭ ਕੁਝ ਉਹਨੇ ਲਿੱਤਾ ਹੈ, ਤੇ ਇਸ ਕਰਕੇ ਉਹਨੇ ਟੌਰਚਰ ਨੂੰ ਵੀ ਇੰਜੋਏ ਕੀਤਾ ਹੈ। ਜਿਹੜਾ ਦਾਨ ਜਿਹੜਾ ਸ਼ਬਦ ਹੈਗਾ ਉਹ ਦੇਣ ਦੇ ਨਾਲ ਹੀ ਸੰਬੰਧ ਹੈ। ਉਹ ਲਾਈਕ ਇਹ ਸਾਰਾ ਇੱਕ ਪ੍ਰਕਿਰਤੀ ਦੀ, ਸ੍ਰਿਸ਼ਟੀ ਦੀ ਪ੍ਰਕਿਰਤੀ ਹੈਗੀ ਹੈ। ਤੇ ਇਸ ਕਰਕੇ ਮਤਲਬ ਜੇ ਸੱਚ ਨੂੰ ਸਮਝਣਾ ਹੈ, ਅਲਟੀਮੇਟ ਸੱਚ ਸਾਡੀ ਜ਼ਿੰਦਗੀ ਦਾ ਹੈ ਕੀ ਹੈ, ਤਾਂ ਉਸ ਦੇ ਵਿੱਚ ਦਾਨ ਜਿਹੜਾ ਹੈਗਾ ਉਹ ਇੱਕ ਐਸੀ ਕੰਡੀਸ਼ਨ ਹੈ ਕਿ ਉਸ ਤੋਂ ਬਿਨਾਂ ਸੱਚ ਸਮਝਿਆ ਨਹੀਂ ਜਾ ਸਕਦਾ। ਸੱਚ ਤਾਂ ਪਰ ਜਾਣੀ ਹੈ ਜੇ ਸਿੱਖਿਆ ਸਚੀਲੇ ਦਿਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਜੇ ਸੱਚ ਨੂੰ ਸਮਝਣਾ ਹੈ ਤਾਂ ਉੱਥੇ ਦੇਣ ਵਾਲਾ ਐਟੀਟਿਊਡ ਚਾਹੀਦਾ ਹੈ। ਅਦਰਵਾਈਜ਼ ਸੱਚ ਹੋਰ ਕਿਸੇ ਚੀਜ਼ ਦਾ, ਪੈਸੇ, ਪਦਾਰਥ, ਪਦਵੀਆਂ ਦਾ ਮੁਹਤਾਜ ਨਹੀਂ ਹੈ, ਉਹ ਸਿਰਫ ਦੇਣ ਦਾ ਮੁਹਤਾਜ ਹੈ। ਠੀਕ ਹੈ, ਜੋ ਕੁਦਰਤ ਨੇ ਤੁਹਾਨੂੰ ਦਿੱਤਾ, ਤੁਸੀਂ ਉਹਦੀ ਹਾਰਡ ਵਰਕ ਜੋ ਵੀ ਤੁਸੀਂ ਕਰਦੇ ਹੋ, ਉਹਦੇ ਵਿੱਚੋਂ ਜੋ ਤੁਸੀਂ ਸ਼ੇਅਰ ਕਰਦੇ ਹੋ, ਇਸ ਦੇ ਨਾਲ ਇੱਕ ਰਸਤਾ ਬਣਦਾ ਹੈਗਾ ਤੁਹਾਨੂੰ, ਜੋ ਤੁਹਾਨੂੰ ਪਰਮ ਸੱਚ, ਅਲਟੀਮੇਟ ਸੱਚ, ਰਿਐਲਿਟੀ ਆਫ ਲਾਈਫ ਜਿਹੜਾ ਹੈਗਾ ਉਸ ਨੂੰ ਰਿਅਲਾਈਜ਼ ਕਰਾਉਂਦਾ ਹੈ। ਧਾਰਮਿਕ ਪੱਧਰ ਤੇ ਇਸ ਨੂੰ ਲੈ ਕੇ ਵੱਖ-ਵੱਖ ਧਰਮਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਦਾਨ ਜਿਹੜਾ ਹੈਗਾ ਉਹ ਕਿਵੇਂ ਦੇਣਾ ਚਾਹੀਦਾ ਹੈ, ਕਿਸ ਨੂੰ ਦੇਣਾ ਚਾਹੀਦਾ ਹੈ, ਯੋਗਤਾ ਕੀ ਹੈਗੀ ਹੈ ਦਾਨ ਦੇਣ ਦੀ ਵੀ, ਦਾਨ ਲੈਣ ਦੀ ਵੀ। ਜੋ ਤੁਸੀਂ ਇਸ ਪਰਟੀਕੂਲਰ, ਕਿਉਂਕਿ ਤੁਹਾਨੂੰ 17 ਸਾਲ ਹੋ ਗਏ ਨੇ ਲੋਕਾਂ ਦੀ ਸੇਵਾ ਕਰਦੇ ਹੋ, ਸਮਾਜ ਦੀ ਸੇਵਾ ਕਰਦੇ ਹੋ, ਔਰ ਇੱਕ ਅਜਿਹਾ ਸਮਾਜ ਸਿਰਜਦੇ ਹੋਏ ਜਿਹੜਾ ਆਪਣੇ ਆਪ ਵਿੱਚ ਮਿਸਾਲ ਬਣਦਾ ਜਾ ਰਿਹਾ ਹੈ, ਇਸ ਲਾਈਨ ਵਿੱਚ ਰਹਿੰਦੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀ ਧਾਰਮਿਕ ਪੱਧਰ ਤੇ ਦੱਸੀਆਂ ਜਾਂਦੀਆਂ ਨੇ ਉਹ ਕਿਤੇ ਰੈਲੇਵੈਂਟ ਲੱਗਦੀਆਂ ਨੇ ਦਾਨ ਨੂੰ ਲੈ ਕੇ? ਜਿਹੜਾ ਕੁਝ ਪਹਿਲਾਂ ਤੇ ਧਰਮ ਦੀ ਡੈਫੀਨੇਸ਼ਨ ਹੀ ਧਰਮ ਨਾਲ ਜਿਹੜਾ ਹੈਗਾ, ਜਿਹੜਾ ਵਾਸਤਵਿਕ ਧਰਮ ਹੈ, ਜਿਹੜਾ ਅਲਟੀਮੇਟ ਧਰਮ ਹੈ, ਉਹ ਸੰਬੰਧ ਨਹੀਂ ਰੱਖ ਰਹੀ ਕਿਤੇ ਵੀ। ਤੁਸੀਂ ਪਵਿੱਤਰ ਗ੍ਰੰਥਾਂ ਦੀ ਬਾਣੀ, ਉਹ ਮਹਾਨ ਸੱਚ ਦੇ ਆਸ਼ਕ ਜਿਨ੍ਹਾਂ ਨੇ ਮਾਨਵਤਾ ਦੇ ਲਈ, ਜਿਨ੍ਹਾਂ ਨੇ ਸਮਾਜ ਦੇ ਲਈ ਜੀਵਨ ਕੀ ਸਰਵੰਸੀ ਲਗਾ ਦਿੱਤੇ ਹੈ, ਤੇ ਜਦੋਂ ਅਸੀਂ ਉਹਨਾਂ ਦਾ ਨਜ਼ਰੀਆ ਦੇਖਦੇ ਹੈਗੇ ਆ, ਉਹਨਾਂ ਦੀ ਦਿੱਤੀ ਹੋਈ ਸਾਨੂੰ ਸੋਚ, ਗਿਆਨ, ਉਸ ਦੀ ਰੋਸ਼ਨੀ ਦੇ ਵਿੱਚ ਤੁਸੀਂ ਧਰਮ ਨੂੰ ਵਿਚਾਰਦੇ ਆ, ਤੇ ਅਸੀਂ ਟੋਟਲੀ ਧਰਮ ਕਰ ਰਹੇ ਹਾਂ। ਧਰਮ ਜੋੜਦਾ ਸੀ ਪਰ ਅੱਜ ਧਰਮ ਤੋੜਦਾ ਹੈ ਸਾਨੂੰ ਇੱਕ ਦੂਜੇ ਨਾਲੋਂ। ਧਰਮ ਨੂੰ ਸਿੱਖਣਾ ਸੀ, ਧਰਮ ਹੈ ਕੀ ਹੈ, ਸਿੱਖ ਧਰਮ ਹੈ ਕੀ ਹੈ, ਉਹਨੂੰ ਸਿੱਖਣਾ ਸੀ। ਪਰ ਧਰਮ ਨੂੰ ਹਿੰਦੂ, ਮੁਸਲਿਮ, ਸਿੱਖ, ਈਸਾਈ, ਬੁੱਧੀ, ਜੈਨੀ ਏਦਾਂ ਵੰਡ ਕੇ ਰੱਖਤਾ ਰੱਬ ਦੇ ਬੰਦਿਆਂ ਨੂੰ, ਧਰਮਾਂ ਦੇ ਨਾਂ ਤੇ ਏਦਾਂ ਵੰਡ ਕੇ ਰੱਖ ਦਿੱਤਾ। ਇਹ ਸਾਰੇ ਕੀ ਧਰਮ ਤੋੜ ਰਿਹਾ ਹੈ, ਧਰਮ ਨੂੰ ਸਾਂਭਣ ਵਾਲੇ ਤੋੜ ਰਹੇ ਆ। ਲਾਈਕ ਜਿਹੜੀ ਗੱਲ ਜਿਸ ਆਪਾਂ ਇਸ ਵੇਲੇ ਸੰਦਰਭ ਦੇ ਵਿੱਚ ਗੱਲ ਕਰ ਰਹੇ ਹਾਂ, ਉਸ ਵੇਲੇ ਜਿਸ ਨੂੰ ਧਰਮ ਸਮਝਿਆ ਜਾ ਰਿਹਾ, ਹੁਣ ਅਸੀਂ ਕਹਾਂਗੇ ਸੋ ਕਾਲਡ ਧਰਮ, ਅਲਟੀਮੇਟ ਧਰਮ ਜਿਹੜਾ ਹੈਗਾ, ਜੋ ਕੁਦਰਤ ਦੇ ਵਿੱਚ ਵਿਆਪਕ ਮਰਿਆਦਾ ਹੈ ਨਾ, ਦੈਟ ਇਜ਼ ਧਰਮ। ਧਰਮ ਕੀ ਹੈ? ਇੱਕੋ ਧਰਮ, ਇੱਕੋ ਜਿਹੜਾ ਧਰਮ ਹੈ ਨਾ ਉਹ ਸੱਚ ਹੈ। ਇੱਕੋ ਧਰਮ ਦ੍ਰਿੜ ਹੈ, ਸੱਚ ਕੋਈ। ਉਹ ਜਿਹੜਾ ਧਰਮ ਹੈ, ਜਿਹੜਾ ਅਲਟੀਮੇਟ ਸੱਚ ਹੈ, ਦੈਟ ਇਜ਼ ਧਰਮ। ਉਹ ਅਲਟੀਮੇਟ ਸੱਚ ਕੁਦਰਤ ਦੇ ਵਿੱਚ ਵਿਆਪਕ ਹੈ। ਕੁਦਰਤ ਕੇ ਸਭ ਬੰਦੇ ਹੈ, ਬਲਹਾਰੀ ਕੁਦਰਤ ਵਸਿਆ ਹੈ, ਤੇ ਉਹ ਜਿਹੜੀ ਕੁਦਰਤ ਦੀ ਮਰਿਆਦਾ ਹੈ, ਜਿਹਦੇ ਵਿੱਚ ਇੰਨੀ ਇਕੁਐਲਿਟੀ ਕੰਟੈਂਟਮੈਂਟ ਹੈਗੀ, ਉਸ ਨੂੰ ਧਾਰਨ ਕਰਨਾ ਹੀ ਧਰਮੀ ਬਣਨਾ ਹੈ। ਜੇ ਸਵਾਰਥ ਨੂੰ ਧਾਰਨ ਕੀਤਾ
ਤੇ ਗੱਲਾਂ ਤੁਸੀਂ ਜੋ ਮਰਜ਼ੀ ਕਰੀ ਜਾਓ, ਰੱਬ ਨੂੰ ਹੀ ਕਹਿਣ ਵਾਲੇ ਰੱਬ ਦੇ ਬੰਦਿਆਂ ਨੂੰ ਹੀ ਮਤਲਬ ਨਫ਼ਰਤ ਕਰੀ ਜਾ ਰਹੇ ਆ। ਮਤਲਬ ਹੇ ਖੁਦਾ ਪ੍ਰਸਤੋ, ਖੁਦਾ ਦੇ ਬੰਦਿਆਂ ਨੂੰ ਵੰਡਤਾ ਤੁਸੀਂ। ਹੇ ਈਸ਼ਵਰ ਪ੍ਰਸਤੋ, ਹੇ ਰੱਬ ਪ੍ਰਸਤੋ, ਰੱਬ ਦੇ ਬੰਦਿਆਂ ਦੇ ਤਰਸ ਕਰੋ। ਇਹ ਮਤਲਬ ਗੱਲ ਸਿਰਫ ਆਪਾਂ ਜੋ ਕਰ ਰਹੇ ਹੈਗੇ ਆ, ਇਹ ਮਜ਼ਹਬਾਂ ਦੇ ਧਰਮਾਂ ਦੇ ਰੌਲੇ ਨਹੀਂ, ਗੱਲ ਹੈ ਇਨਸਾਨਾਂ ਦੀ। ਕੌਣ ਰੋਊਗਾ ਸਾਰੇ ਨਾਲ ਰੁਲਦੀਆਂ ਜਾਨਾਂ ਦੀ? ਮਤਲਬ ਸਵਾਲ ਇਹ ਸੀ ਕਿ ਲਾਈਕ ਜਿਹੜਾ ਧਰਮ ਹੈਗਾ, ਧਰਮ ਜਿਹੜਾ ਉਹ ਕਹਿੰਦੇ ਧੌਲ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹਦੇ ਆ ਨਾ, ਉਹ ਕਹਿੰਦੇ ਇਹ ਸੰਸਾਰ ਦੇ ਲੋਗੋ ਧਰਮ ਧੌਲ ਹੈ। ਧਰਮ ਜਿਹੜਾ ਹੈਗਾ ਨਾ, ਜਿਹਨੂੰ ਤੁਸੀਂ ਧੌਲ ਕਹਿੰਦੇ ਆ, ਜਿਸ ਨੂੰ ਤੁਸੀਂ ਧੌਲ ਕਹਿੰਦੇ ਹੋ, ਦੈਟ ਇਜ਼ ਧਰਮ। ਉਹ ਦਇਆ ਕਾ ਪੂਤ ਹੈ। ਉਹ ਦਇਆ ਦੇ ਵਿੱਚੋਂ ਜੋ ਕੁਝ ਨਿਕਲਦਾ ਹੈ, ਦੈਟ ਇਜ਼ ਧਰਮ। ਇਹ ਕਿਸ ਦੀ ਦਇਆ ਕਾ ਪੂਤ ਹੈ? ਜਿਸ ਨੇ ਦੁਨੀਆ ਨੂੰ ਸਿਰਜਿਆ ਹੈਗਾ, ਹੈ ਨਾ। ਹੋਰ ਸਾਡਾ ਅਸੀਂ ਪਿੱਲਰ ਥੋੜਾ ਲਾਏ ਹੋਏ ਧਰਤੀ ਨੀਚੇ, ਅਸੀਂ ਜਿਹੜਾ ਸਾਡੇ ਉੱਤੇ ਆਕਾਸ਼ ਲੰਮਕਦਾ, ਅਸੀਂ ਖਿੱਚਾਂ ਥੋੜਾ ਪਾਈਆਂ ਹੋਈਆਂ। ਸਾਡੇ ਅੰਦਰ ਜੋ ਹਾਰਟ ਪੰਪ ਕਰ ਰਿਹਾ, ਕੋਈ ਸਾਡੀ ਕਮਾਂਡ ਥੋੜਾ ਫੋਲੋ ਕਰ ਰਿਹਾ। ਜੋ ਕੁਝ ਵੀ ਹੋ ਰਿਹਾ ਸਾਡੇ ਅੰਦਰ, ਉਹ ਸਾਰਾ ਕੁਝ, ਇਹ ਸਰੀਰ ਸਭ ਧਰਮ ਹੈ। ਜਿਸ ਅੰਦਰ ਸੱਚੇ ਕੀ ਜੋਤ, ਹਰੀ ਮੰਦਰ ਇਹ ਸਰੀਰ ਹੈ ਜਿਸ ਅੰਦਰ ਸੱਚੇ ਕੀ ਜੋਤ। ਮਤਲਬ ਇੰਨੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਧਰਮ ਨੂੰ, ਪਰ ਅੱਜ ਅਸੀਂ ਧਰਮ ਦਾ ਵਾਸਤਵਿਕ ਰੂਪ ਨਹੀਂ ਸਮਝੇ। ਧਰਮ ਨੂੰ ਅਸੀਂ ਕਦੇ ਹਿੰਦੂ ਕਹਿੰਦੇ ਆ, ਕਦੇ ਮੁਸਲਮਾਨ ਕਹਿੰਦੇ ਆ, ਧਰਮ ਨੂੰ ਇਸਲਾਮ, ਤੇ ਕਦੇ ਕ੍ਰਿਸਚਨ, ਕਦੇ ਬੋਧੀ, ਕਦੇ ਜੈਨੀ, ਕਦੇ ਸਿੱਖ, ਪਤਾ ਨਹੀਂ ਕੀ ਬੋਲੀ ਜਾਂਦੇ ਆ। ਧਰਮ ਨੂੰ ਸਿੱਖਣਾ ਸੀ ਅਸੀਂ ਵੀ ਧਰਮ ਅਲਟੀਮੇਟ ਹੈ ਕੀ ਹੈ ਸਾਡਾ, ਜੋ ਧਾਰਨ ਕੀਤਾ ਹੋਇਆ, ਕਿ ਉਹਦੇ ਵਿੱਚ ਸੱਚ ਹੈ, ਕਿ ਉਹਦੇ ਵਿੱਚ ਸਮਦ੍ਰਿਸ਼ਟੀ ਹੈ, ਕਿ ਉਹ 'ਚ ਦਇਆ ਹੈ, ਕਿ ਉਹ 'ਚ ਪ੍ਰੇਮ ਹੈ, ਕਿ ਨਿਡਰਤਾ ਹੈ, ਕੋਈ ਨਿਰਵੈਰਤਾ ਹੈ। ਇਹ ਸਾਰੇ ਗੁਣ ਸੱਚ ਦੇ ਆਸ਼ਕਾਂ ਦੇ ਕੰਮਾਂ 'ਚੋਂ ਰਿਫਲੈਕਟ ਹੁੰਦੇ ਆ। ਜੇ ਧਰਮ ਨੂੰ ਸਮਝਣਾ ਹੈ ਤਾਂ ਉਹਨਾਂ ਦੇ ਜੀਵਨ 'ਚ ਉਹਨਾਂ ਦੇ ਕੰਮਾਂ ਨੂੰ ਸਮਝ ਲਓ, ਉਹਨਾਂ ਦੇ ਕੰਮਾਂ ਦੀ ਰੋਸ਼ਨੀ 'ਚ ਉਹਨਾਂ ਦੀ ਬਾਣੀ ਨੂੰ ਸਮਝ ਲਓ। ਉਸ ਦਿਨ ਧਰਮ ਸਮਝ ਵਿੱਚ ਆ ਜਾਊਗਾ। ਜਦੋਂ ਧਰਮ ਸਮਝ ਵਿੱਚ ਆ ਗਿਆ, ਇਹ ਜਿਹੜੀਆਂ ਸਮੱਸਿਆਵਾਂ ਸਾਰੀਆਂ ਮੈਨੂੰ ਤਾਂ ਲੱਗਦਾ ਦੇਸ਼ਾਂ ਦੀਆਂ ਹੱਦਾਂ ਖਤਮ ਹੋ ਜਾਣਗੀਆਂ। ਤੁਹਾਨੂੰ ਲੱਗਦਾ ਹੈ ਕਿ ਬਾਣੀ, ਧਰਮ ਗ੍ਰੰਥ ਅਸੀਂ ਸਿਰਫ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਸਮਝਣ ਦੇ ਵੱਲ ਤਾਂ ਜਾ ਹੀ ਨਹੀਂ ਰਹੇ? ਹਾਂ, ਇੱਕ ਹੁੰਦੀ ਹੈ, ਇੱਕ ਦੇਖੋ ਹੀਅਰਿੰਗ ਹੁੰਦੀ ਹੈ, ਇੱਕ ਲਿਸਨਿੰਗ ਹੁੰਦੀ ਹੈ। ਇੱਕ ਵਾਰ ਮੈਂ ਆਸਟ੍ਰੇਲੀਆ ਦੇ ਵਿੱਚ ਬੈਠੇ ਸੀ, ਉੱਥੇ ਬੱਚੇ ਵੀ ਸੀ ਤੇ ਉਹਦੇ ਵਿੱਚ ਵੱਡੇ ਵੀ ਸੀ ਸਾਰੇ। ਗੱਲ ਚੱਲਣ ਲੱਗ ਗਈ, ਲਾਈਕ ਪੜ੍ਹਨ ਦੀ ਗੱਲ ਚੱਲਣ ਲੱਗ ਗਈ ਹੈ ਨਾ। ਤੇ ਬੱਚਿਆਂ ਨੇ, ਮੈਂ ਬੜਾ ਲਾਈਕ ਬੱਚਿਆਂ ਨੇ ਬਹੁਤ ਵਧੀਆ ਵਿੱਚ ਇੰਟਰਸਟ ਲਿਆ ਹੀਅਰਿੰਗ ਤੇ ਲਿਸਨਿੰਗ ਦੇ ਵਿੱਚ। ਮੈਂ ਕਿਹਾ ਹੀਅਰਿੰਗ ਕੀ ਹੁੰਦੀ ਹੈ? ਉਹਨਾਂ ਨੇ ਬੜਾ ਕਲੀਅਰਲੀ ਸਾਨੂੰ ਦੱਸ ਦਿੱਤਾ ਹੈ ਨਾ, ਜਿਹ 'ਚ ਇਮੋਸ਼ਨ ਨਹੀਂ ਹੁੰਦੇ। ਬੱਚਿਆਂ ਦੇ ਜਵਾਬ ਸੀ ਜਿਹੜੇ ਹੈ ਨਾ। ਲਿਸਨਿੰਗ ਕੀ ਹੁੰਦੀ ਹੈ? ਜਿਹ 'ਚ ਇਮੋਸ਼ਨ ਸਮਝੇ ਜਾਂਦੇ ਹੈ। ਤੇ ਮੈਂ ਕਿਹਾ ਵੀ ਤੁਸੀਂ ਬਾਣੀ ਪੜ੍ਹ ਕੇ, ਧਾਰਮਿਕ ਪਵਿੱਤਰ ਗ੍ਰੰਥ ਦੀ ਬਾਣੀ ਪੜ੍ਹ ਕੇ ਕੀ ਸਮਝਿਆ? ਅੱਛਾ, ਪਹਿਲੀ ਪੌੜੀ ਦੇ ਵਿੱਚ ਮੈਂ ਕਿਹਾ ਨਾਮ ਕੀ ਸਮਝਿਆ, ਦੂਜੀ 'ਚ ਕੀ ਸਮਝਿਆ, ਤੀਜੀ 'ਚ ਕੀ ਸਮਝਿਆ? ਬੱਚੇ ਕਹਿੰਦੇ ਇਹਨਾਂ ਨੇ ਹੀਅਰ ਕੀਤਾ, ਇਹਨਾਂ ਨੇ ਤਾਂ ਲਿਸਨ ਕੀਤਾ ਹੀ ਨਹੀਂ ਹੈਗਾ। ਗੱਲ ਆ ਗਈ, ਅਸੀਂ ਪੜ੍ਹ ਕੇ ਪੱਥਰ ਹੋ ਗਏ, ਸੁਣ ਕੇ ਹੋ ਗਏ ਕਠੋਰ। ਜਿਸ ਪੜ੍ਹਨ ਨਾਲ ਸੱਚ ਦੀ ਸੋਝੀ ਹੋਣੀ ਸੀ, ਉਹ ਪੜ੍ਹਨਾ ਹੈ ਹੋਰ। ਸੰਸਾਰ ਦੀ ਪੜ੍ਹਾਈ ਦੇ ਵਿੱਚ ਕਿੰਨੀ ਇੰਪੋਰਟੈਂਸ ਦਿੰਦੇ ਅਸੀਂ। ਹੁਣ ਕੋਈ ਵੀ ਚੀਜ਼ ਫੈਲਦੀ ਹੈ ਨਾ, ਮਤਲਬ ਡੇਂਗੂ ਫੈਲ ਗਿਆ ਜੀ, ਕੋਵਿਡ ਫੈਲ ਗਿਆ, ਕੁਝ ਵੀ ਹੋ ਗਿਆ, ਉਸ ਵੇਲੇ ਅਸੀਂ ਬੜੇ ਧਿਆਨ ਨਾਲ ਸੁਣਦੇ ਹਾਂ, ਅਸੀਂ ਕਿਵੇਂ ਬਚ ਸਕਦੇ ਹਾਂ, ਸਾਡੀਆਂ ਸਮੱਸਿਆਵਾਂ ਕਿਵੇਂ ਹੱਲ ਹੋ ਸਕਦੀਆਂ। ਇੱਕ ਡਾਕਟਰ ਲੈਕਚਰ ਕਰਦਾ, ਕਹਿੰਦਾ ਜੀ ਸਾਨੂੰ ਪਤਾ ਹੀ ਨਹੀਂ ਲੱਗਿਆ, ਤੁਹਾਡੀ ਮੈਡੀਕਲ ਟਰਮੀਨੋਲੋਜੀ ਸਾਨੂੰ ਨਹੀਂ ਸਮਝ ਵਿੱਚ ਆਈ, ਪਲੀਜ਼ ਸਾਨੂੰ ਦੱਸੋ ਅਸੀਂ ਕੀ ਕਰੀਏ ਇਸ ਤੋਂ ਬਚ ਸਕੀਏ। ਅਸੀਂ ਬਾਰ-ਬਾਰ ਸਵਾਲ ਕਰਦੇ ਹਾਂ ਨਾ, ਫਿਰ ਉਹ ਕੁਝ ਚੀਜ਼ਾਂ ਦੱਸਦਾ ਹੈ ਵੀ ਇਹ ਤੁਸੀਂ ਸਾਵਧਾਨੀ ਵਰਤਣੀ ਹੈ ਤੇ ਫਿਲਹਾਲ ਇਹ ਦਵਾਈ ਵੀ ਲੈ ਲਿਓ। ਫਿਰ ਉਹ ਸਮਝਾਉਂਦਾ ਵੀ ਇਹ ਦਵਾਈ ਕਿੱਦਾਂ ਲੈਣੀ ਹੈ। ਫਿਰ ਅਸੀਂ ਕੈਮਿਸਟ ਕੋਲ ਜਾ ਕੇ ਪੁੱਛਦੇ ਹਾਂ, ਇਹ ਠੀਕ ਹੈ, ਖਾਲੀ ਪੇਟ ਲੈਣੀ ਹੈ, ਇਹ ਖਾਣਾ ਖਾ ਕੇ ਲੈਣੀ ਹੈ, 2 ਵਾਰ ਲੈਣੀ, 3 ਵਾਰ ਲੈਣੀ। ਮਤਲਬ ਉਸ ਨੂੰ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੋ ਜਾਂਦੀ, ਉਨੀ ਦੇਰ ਤੱਕ ਅਸੀਂ ਉਹ ਜਿਹੜਾ ਸੁਣਿਆ ਹੋਇਆ ਨਾ, ਉਹਨੂੰ ਸੁਣਨਾ ਨਹੀਂ। ਜਿੰਨੀ ਦੇਰ ਤੱਕ ਉਹ ਸਮਝ ਨਹੀਂ ਜਾਂਦੇ, ਕਲੀਅਰ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਅਸੀਂ ਉਸ ਨੂੰ ਨਾ ਸੁਣਨਾ ਮੰਨਦੇ ਹਾਂ ਤੇ ਨਾ ਉਸ ਨੂੰ ਪੜ੍ਹਨਾ ਮੰਨਦੇ ਹਾਂ। ਇਸ ਕਰਕੇ ਧਰਮ ਦੀ ਦੁਨੀਆ ਦੇ ਵਿੱਚ ਕਹਿੰਦੇ ਬਹੁਤ ਰਸ ਆਇਆ, ਭਾਵੇਂ ਉਹ ਪਾਠ ਪੂਜਾ ਕਰਦੇ ਹਨ ਤੇ ਭਾਵੇਂ ਉਹ ਜਗਰਾਤਾ ਕਰਦੇ ਹਨ, ਕਹਿੰਦੇ ਬਹੁਤ ਰਸ ਆਇਆ। ਮੈਂ ਉਹਨੂੰ ਪੁੱਛਿਆ ਵੀ ਕਿਹੜੇ ਸਿਧਾਂਤ ਤੇ ਰਸ ਆਇਆ? ਉਹ ਤਾਂ ਪਤਾ ਹੀ ਨਹੀਂ ਹੈਗਾ। ਇਸ ਕਰਕੇ ਪੜ੍ਹਨਾ ਤੇ ਸੁਣਨਾ, ਜਿਹਦੇ ਨਾਲ ਸਿੱਖਿਆ ਮਿਲਦੀ ਸੀ, ਜਿਹਦੇ ਨਾਲ ਚੱਜ ਤੇ ਅਚਾਰ ਬਣਨਾ ਸੀ ਸਾਡਾ। ਗੁਰਮੇ ਲਈ ਚੱਜ ਅਚਾਰ ਸਿੱਖ, ਵਿਗਿਆਨ ਲੈ ਕੇ ਚੱਜ ਸਿੱਖ ਤੇ ਆਪਣਾ ਅਚਾਰ ਬਣਾ ਲੈ। ਗੱਲੀਆਂ ਸੀ ਚੰਗੀਆਂ, ਅਚਾਰੀ ਬੁਰੀਆਂ। ਗੱਲ ਤਾਂ ਕਰੈਕਟਰ ਦੀ ਸੀ, ਜਗ ਗਿਆਨੀ ਵਰਲਾਚਾਰੀ, ਜਗ ਪੰਡਤ। ਮਤਲਬ ਬਾਰ-ਬਾਰ ਇਹ ਗੱਲਾਂ ਨੂੰ ਬਾਰ-ਬਾਰ ਉਹਨਾਂ ਨੇ ਸਾਨੂੰ ਦ੍ਰਿੜ ਕਰਵਾਇਆ ਵੀ ਇਹ ਸੰਸਾਰ ਦੇ ਲੋਗੋ, ਤੁਸੀਂ ਪਵਿੱਤਰ ਗ੍ਰੰਥਾਂ ਦੀ ਬਾਣੀ ਨੂੰ ਬੁੱਝੋ, ਅਕਲੀ ਪੜ੍ਹ ਕੇ ਬੁੱਝੀ ਹੈ। ਅਸੀਂ ਤੁਹਾਨੂੰ ਕੁਝ ਸਮਝਾਉਣਾ ਚਾਹੁੰਦੇ ਹਾਂ, ਉਹ ਸਾਨੂੰ ਇੰਨਾ ਸਿੰਪਲ ਨਹੀਂ ਹੈ ਜਿਹੜਾ ਜਿਹਨੂੰ ਤੁਸੀਂ ਲੈ ਰਹੇ ਹੋ। ਕਹਿੰਦੇ ਕਹਾਂ ਬੁਝਾਰਤ ਬੁੱਝਾ ਡੋਰਾ, ਨਿਸਕੇ ਤੋਂ ਸਮਝਾ ਪੋਰਾ। ਉਹ ਕਹਿੰਦੇ ਜੇ ਮੈਂ ਰਾਤ ਕਹਿੰਦਾ, ਦਿਨ ਕਹਿੰਦਾ ਤਾਂ ਰਾਤ ਸਮਝਦੇ ਇਹ ਲੋਕ, ਤੇ ਮੇਰੀ ਬੁਝਾਰਤ ਨੂੰ ਬੁੱਝ ਨਹੀਂ ਰਹੇ। ਤੇ ਉਹਨਾਂ ਨੇ ਬਾਰ-ਬਾਰ ਇਹਨਾਂ ਗੱਲਾਂ ਨੂੰ, ਮਤਲਬ ਜਿਵੇਂ ਕ੍ਰਿਸ਼ਨ ਜੀ ਨੇ ਨਾ ਬਾਰ-ਬਾਰ ਅਰਜੁਨ ਨੂੰ ਕਿਹਾ ਵੀ ਮੈਂ ਤੁਹਾਨੂੰ ਕੁਝ ਸਮਝਾਉਣਾ ਚਾਹੁੰਦਾ ਹੈ ਨਾ, ਕਿੰਨੇ ਅਲੱਗ-ਅਲੱਗ ਦ੍ਰਿਸ਼ਟੀਕੋਣਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਜਿਸ ਦਿਨ ਵੀ ਅਸੀਂ ਪਵਿੱਤਰ ਗ੍ਰੰਥ ਕੁਝ ਹੋਰ ਕਹਿ ਰਹੇ ਹਾਂ, ਪਰ ਉਹਨਾਂ ਨੂੰ ਪ੍ਰਚਾਰਨ ਵਾਲੇ ਕੁਝ ਹੋਰ ਹੀ ਕਹੀ ਜਾ ਰਹੇ ਆ। ਪਵਿੱਤਰ ਗ੍ਰੰਥ ਸਾਨੂੰ ਇਕੱਠਾ ਕਰ ਰਹੇ ਹੈ ਕਿ ਸਭ ਦਾ ਮਾਲਕ ਇੱਕ ਹੈ, ਈਸ਼ਵਰ ਇੱਕ ਹੈ,
ਮਾਲਿਕ ਇੱਕ ਹੈ, ਇੱਕ ਪਿਤਾ ਹੈ, ਇੱਕ ਕੇ ਹਮ ਬਾਰਿਕ ਹੈ। ਅਸੀਂ ਮਾਰਗ ਉਸ ਇੱਕ ਰੱਬ ਦੇ ਨਾਂ ਤੇ ਲੋਕਾਂ ਨੂੰ ਵੰਡ ਕੇ ਰੱਖ ਦਿੱਤਾ। ਇਸ ਕਰਕੇ ਅਸੀਂ ਅੱਜ ਧਰਮ ਦਾ ਵਾਸਤਵਿਕ ਰੂਪ ਨਹੀਂ ਸਮਝਿਆ, ਜਿਸ ਕਰਕੇ ਸਾਡੀ ਹਾਲਤ ਐਸੀ ਬਣ ਗਈ ਹੈ ਕਿ ਜਿਹੜੇ ਨੂੰ ਅਸੀਂ ਕਹਿੰਦੇ ਆ ਵੀ ਇਹ ਧਰਮੀ ਨਹੀਂ ਹੈਗਾ ਤੇ ਇਹ ਧਰਮੀ ਹੈਗਾ, ਕਿਉਂਕਿ ਰੋਜ਼ ਇਹ ਧਰਮ ਕੇਂਦਰ 'ਚ ਜਾਂਦਾ। ਤੇ ਉਸ ਦੇ ਵਿੱਚ ਵੱਡੀ ਸਮੱਸਿਆ ਅਸੀਂ ਕੀ ਦੇਖ ਰਹੇ ਹਾਂ, ਜਦੋਂ ਬੱਚੇ ਅੱਜ ਦੇ ਬੜੇ ਲੌਜੀਕਲ ਜਿਹੇ ਹੁੰਦੇ ਜਾ ਰਹੇ ਹਨ, ਉਹ ਕਹਿੰਦੇ ਇਹਦੇ ਤੇ ਇਹਦੇ ਵਿੱਚ ਕੀ ਫਰਕ ਹੈ, ਇਹ ਵੀ ਆਪਣੇ ਤੱਕ ਸੋਚਦਾ ਹੈ, ਇਹਦੇ ਅੰਦਰ ਵੀ ਸਵਾਰਥ ਹੈ, ਇਹ ਵੀ ਝੂਠ ਬੋਲ ਲੈਂਦਾ ਹੈ, ਇਹ ਵੀ ਇਹ ਕੰਮ ਕਰ ਲੈਂਦਾ, ਤੇ ਇਹਦੇ 'ਚ ਫਰਕ ਤਾਂ ਕੋਈ ਨਹੀਂ ਹੈਗਾ। ਤੇ ਫਿਰ ਸਾਨੂੰ ਇਹ ਕੰਮ ਕਰਨ ਦੀ ਲੋੜ ਕੀ ਹੈ? ਮੇਰਾ ਕਹਿਣ ਦਾ ਮਤਲਬ ਪਵਿੱਤਰ ਗ੍ਰੰਥ ਜੋ ਸਾਨੂੰ ਸਮਝਾ ਰਹੇ ਹੈ, ਜੋ ਸਾਨੂੰ ਬੁਝਾ ਰਹੇ ਹੈ, ਉਹ ਅਸੀਂ ਬੁੱਝਣ ਤੋਂ ਬੁਰੀ ਤਰ੍ਹਾਂ ਫੇਲ ਹੋਣ ਕਰਕੇ ਹੀ ਸਾਡੇ ਅੱਜ ਇਹ ਹਾਲਾਤ ਬਣੇ ਹੋਏ ਹੈ ਕਿ ਅੱਜ ਉਹੀ ਬੇਚੈਨੀਆਂ, ਉਹੀ ਪਰੇਸ਼ਾਨੀਆਂ। ਅਦਰਵਾਈਜ਼ ਸੱਚ ਦੇ ਆਸ਼ਕਾਂ ਨੇ ਨਾ ਟੌਰਚਰ ਨੂੰ ਵੀ ਇੰਜੋਏ ਕੀਤਾ। ਜੀਸਸ ਨੇ ਸੂਲੀ ਤੇ ਚੜ੍ਹ ਕੇ ਵੀ ਕਿਹਾ, ਹੇ ਈਸ਼ਵਰ ਇਹਨਾਂ ਦਾ ਭਲਾ ਕਰੀ। ਕ੍ਰਿਸ਼ਨ ਜੀ ਕੀ ਕਰ ਰਹੇ ਹੈ? ਇਹ ਨਿਸ਼ਾਨੀਆਂ ਸੱਚ ਦੇ ਆਸ਼ਕਾਂ ਦੀਆਂ, ਜਿਨ੍ਹਾਂ ਨੇ ਧਾਰਨ ਕੀਤਾ ਹੋਇਆ ਧਰਮ ਨੂੰ। ਇਹ ਉਹਨਾਂ ਦੀਆਂ ਨਿਸ਼ਾਨੀਆਂ ਹੈ। ਇਹਨਾਂ ਤੋਂ ਸਾਨੂੰ ਚੱਜ ਸਿੱਖਣਾ ਚਾਹੀਦਾ ਤੇ ਆਚਾਰ ਬਣਾਉਣਾ ਚਾਹੀਦਾ। ਸਾਡਾ ਕਲਿਆਣ ਹੋ ਜਾਊਗਾ, ਸਮਾਜ ਦਾ ਵੀ ਭਲਾ ਹੋ ਜਾਊਗਾ। ਜੇ ਅਸੀਂ ਸ਼ਾਇਦ ਇਹ ਸਮਝਿਆ ਹੁੰਦਾ ਤਾਂ ਅੱਜ ਜਿਸ ਇਸ਼ੂ ਤੇ, ਜਿਸ ਮਸਲੇ ਤੇ ਅਸੀਂ ਗੱਲ ਕਰ ਰਹੇ ਹਾਂ, ਦਾਨ ਜਿਹੜੀ ਗੱਲ ਹੈਗੀ ਹੈ, ਦਾਨ ਕਿਸ ਨੂੰ ਦੇਣਾ ਚਾਹੀਦਾ ਹੈ, ਕਿਵੇਂ ਦੇਣਾ ਚਾਹੀਦਾ ਹੈ, ਇਹ ਸ਼ਾਇਦ ਲੋਕਾਂ ਦੇ ਵਿਵਹਾਰ ਦੇ ਵਿੱਚ ਕਿਤੇ ਨਾ ਕਿਤੇ ਹੁੰਦਾ ਹੈ। ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਦਾਨ ਸ਼ਬਦ, ਇਸ ਦਾ ਧਰਮ ਦੇ ਨਾਲ ਜਿਹੜਾ ਲਿੰਕ ਹੈਗਾ ਔਰ ਉਸ ਦਾ ਫਿਰ ਸੰਵਿਧਾਨ ਦੇ ਨਾਲ ਕਿਸ ਤਰੀਕੇ ਜਿਹੜਾ ਹੈਗਾ ਉਸ ਦਾ ਲਿੰਕ ਜੁੜਦਾ ਜਾ ਕੇ, ਉਸ ਦੇ ਬਾਰੇ ਗੱਲ ਕਰਾਂਗੇ। ਛੋਟੇ ਜਿਹੇ ਬ੍ਰੇਕ ਮੁੜ ਤੋਂ ਸਵਾਗਤ ਕਰਦੇ ਹਾਂ ਦਰਸ਼ਕਾਂ। ਸਾਡੀ ਖਾਸ ਪੇਸ਼ਕਸ਼ ਵੇਖ ਰਹੇ ਹੋ ਤੁਸੀਂ, ਸੰਵਿਧਾਨ ਅਤੇ ਸਮਾਜ ਸੇਵਾ, ਸਮਾਜ ਸੇਵਾ ਅਤੇ ਸੰਵਿਧਾਨ, ਤੇ ਸਭ ਦੇ ਵਿਚਾਲੇ ਅੱਜ ਅਸੀਂ ਗੱਲ ਕਰ ਰਹੇ ਹਾਂ ਦਾਨ ਸ਼ਬਦ ਦੀ। ਤੇ ਸਾਡੇ ਨਾਲ ਵੀਰ ਜੀ ਮੌਜੂਦ ਨੇ। ਸ਼ਮਸ਼ੇਰ ਸਿੰਘ ਜੀ, ਦਾਨ ਸ਼ਬਦ ਜਿਹੜਾ ਹੈਗਾ, ਧਰਮ ਦੇ ਬਾਰੇ ਆਪਾਂ ਵਿਸਥਾਰ ਨਾਲ ਗੱਲ ਕੀਤੀ। ਧਰਮ ਦੇ ਵਿੱਚ ਇੱਕ ਹਿੱਸਾ ਹੈਗਾ, ਉਸ ਦੇ ਵਿੱਚ ਲਿਖਿਆ ਹੋਇਆ ਕਿ ਦਾਨ ਜਿਹੜਾ ਹੈਗਾ ਦਸਵੰਧ ਦੀ ਕਿਤੇ ਗੱਲ ਆਉਂਦੀ ਹੈ। ਵੱਖ-ਵੱਖ ਧਰਮਾਂ ਦੇ ਹਿਸਾਬ ਨਾਲ ਕਿਤੇ ਕਿਹਾ ਜਾਂਦਾ 10ਵਾਂ ਹਿੱਸਾ ਦੇਣਾ ਚਾਹੀਦਾ ਹੈ, ਕਿਤੇ ਕਿਹਾ ਜਾਣਾ ਚਾਹੀਦਾ ਯੋਗ ਨੂੰ ਜਿਹੜਾ ਹੈਗਾ ਦਾਨ ਦੇਣਾ ਚਾਹੀਦਾ ਹੈ। ਮੌਜੂਦਾ ਵਕਤ ਜਿਹੜਾ ਹੈਗਾ ਲੋਕ ਵਾਕਈ ਉਸ ਚੀਜ਼ ਨੂੰ ਸਮਝਦੇ ਆ, ਯੋਗ ਅਯੋਗ ਦੇ ਫਰਕ ਨੂੰ? ਨੈਚੁਰਲੀ ਤੁਸੀਂ ਗੱਲ ਯੋਗ ਦੀ ਕੀਤੀ ਹੈ ਨਾ, ਇਹਦੇ ਵਿੱਚ ਵੀ ਬੜਾ ਕਲੀਅਰਲੀ ਅਲੱਗ-ਅਲੱਗ ਢੰਗਾਂ ਨਾਲ ਦੱਸਿਆ ਗਿਆ। ਕਹਿੰਦੇ ਅਕਲੀ ਸੇਵ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੇ ਦਾਨ। ਅਕਲ ਨਾਲ ਦਾਨ ਕਰਨਾ ਹੈ, ਇੰਟੈਲੈਕਟ ਜਿਹੜਾ ਹੈਗਾ ਉਹ ਚ ਯੂਜ਼ ਕਰਨਾ ਵੀ। ਦਾਨ ਕਿੱਥੇ ਕਰਨਾ? ਨਾਨਕ ਆਖੇ ਰਾਹ ਇਹ, ਜੇ ਪਰਮ ਸੱਚ ਨੂੰ ਸਮਝਣਾ ਹੈ ਨਾ, ਇਹ ਰਸਤਾ ਹੈ। ਹੋਰ ਗੱਲਾਂ ਸ਼ੈਤਾਨ, ਬਾਕੀ ਤਾਂ ਸਾਰੀਆਂ ਸ਼ੈਤਾਨਾਂ ਵਾਲੇ ਕੰਮ ਹੈਗੇ ਆ। ਜੇ ਪਰਮ ਸੱਚ ਨੂੰ ਸਮਝਣਾ ਹੈ ਤੇ ਫਿਰ ਕਹਿੰਦੇ ਅਕਲ ਦੇ ਨਾਲ ਦਾਨ ਦੇਈ, ਦਿਮਾਗ ਨੂੰ ਯੂਜ਼ ਕਰ ਲਈ ਵੀ ਦਾਨ ਜਿਹੜਾ ਤੇਰਾ ਦਿੱਤਾ ਹੋਇਆ ਕਿ ਵਾਕਈ ਹੀ ਲੋੜਵੰਦ ਦੇ ਕੰਮ ਆ ਰਿਹਾ ਹੈ, ਇਹਨੂੰ ਯਕੀਨੀ ਬਣਾਈ। ਅਦਰਵਾਈਜ਼ ਫਿਰ ਤੂੰ ਕਿਤੇ ਇਹ ਨਾ ਹੋਵੇ ਕਿ ਉਹ ਉਸ ਦੇ ਨਾਲ ਕੋਈ ਸਮਾਜ ਦੇ ਵਿੱਚ ਉਹ ਰੱਬ ਦੇ ਬੰਦੇ, ਉਹਨਾਂ ਦੇ ਪ੍ਰਤੀ ਕੋਈ ਗਲਤ ਕੰਮ ਜਾਂ ਕੋਈ ਬੁਰਾਈਆਂ ਫੈਲਾਉਣ ਦਾ ਕਿਤੇ ਤੂੰ ਵੀ ਕਿਤੇ ਉਹਦਾ ਹਿੱਸੇਦਾਰ ਨਾ ਬਣ ਜਾਈਂ। ਇਹ ਬੜਾ ਕਲੀਅਰਲੀ ਕਿਹਾ ਗਿਆ ਹੈਗਾ। ਇਸ ਕਰਕੇ ਮਤਲਬ ਇਹ ਬਹੁਤ ਜੇ ਇਹਨੂੰ ਤੁਸੀਂ ਆਪਾਂ ਹੋਰ ਅੱਗੇ ਵਧਾਂਗੇ ਤਾਂ ਉਸ ਦੇ ਵਿੱਚ ਉਹਦੇ ਵਿੱਚ ਕਹਿੰਦੇ ਸੇਵਾ ਕਰੀ ਜੇ ਕੁਛ ਹੋਵੇ ਆਪਣਾ। ਕਹਿੰਦੇ ਇਹਦੇ ਵੀ ਤੇਰਾ ਕੀ ਰੋਲ ਹੈ ਕਿ ਤੂੰ ਮੰਗੀ ਸੀ, ਕਿ ਤੂੰ ਕੋਈ ਕੀਮਤ ਅਦਾ ਕੀਤੀ। ਹੁਣ ਮੇਰੇ ਵਰਗੇ ਨੇ ਪੈਨ ਵੀ ਲਾਇਆ ਨਾ, ਜਾਂ ਤਾਂ ਮੈਂ ਮੰਗ ਕੇ ਲਿਆ ਹੋਊਗਾ ਜਾਂ ਮੈਂ ਖਰੀਦਿਆ ਹੋਊਗਾ। ਇਸ ਕਰਕੇ ਮੈਂ ਕਹਿ ਸਕਦਾ ਯਾਰ ਪੈਨ ਮੇਰਾ, ਮੈਨੂੰ ਦੇ ਦੇ। ਹੁਣ ਨਾ ਤੇ ਇਹਦੀ ਕੋਈ ਕੀਮਤ ਅਦਾ ਕੀਤੀ ਹੈ ਤੇ ਨਾ ਮੰਗ ਕੇ ਲਈ ਹੈ, ਤੇ ਫਿਰ ਇਹਦੇ ਨਾਲ ਮੈਂ ਜੋ ਕੁਛ ਕਰ ਰਿਹਾ ਮੈਂ ਦਾਨ ਕੀਤਾ। ਓਹੋ, ਫਿਰ ਇਸ ਦੇ ਨਾਲ ਉਹ ਰਸਤਾ ਨਹੀਂ ਖੁੱਲਣਾ ਜਿਹੜਾ ਉਹ ਕਹਿੰਦੇ ਸੀ ਨਾ ਜਿਹੜੀ ਸੋਚ ਇਹ ਕਹਿੰਦੀ ਮੇਰੇ ਜੇ ਇੰਨੇ ਦਿੱਤੇ ਤਾਂ ਮੇਰੇ ਨਾਂ ਦਾ ਵੱਡਾ ਪੱਥਰ ਲੱਗੇ। ਹਾਂ, ਫਿਰ ਉਹਦੇ ਵਿੱਚ ਪੱਥਰ ਤਾਂ ਲੱਗ ਜੂਗਾ। ਇਸ ਦੁਨੀਆ ਦੇ ਵਿੱਚ ਤਾਂ ਠੀਕ ਹੈ, ਹੋ ਜੂਗਾ, ਪਰ ਜਿਹੜਾ ਉਸ ਦੀ ਦੁਨੀਆ ਦੇ ਵਿੱਚ ਜਿਸ ਦੇ ਨਾਲ ਇੱਕ ਵਿਸ਼ੇਸ਼ ਕਹ ਲਓ ਵੀ ਇੱਕ ਜਿਹਨੂੰ ਅਸੀਂ ਕਹੀਏ ਉਹ ਬਖਸ਼ਿਸ਼ ਹੁੰਦੀ ਹੈਗੀ ਹੈ, ਉਹ ਦੇਖੋ ਹੁਣ ਮਤਲਬ ਇਹਨੂੰ ਬਖਸ਼ਿਸ਼ ਨੂੰ ਕੋਈ ਕਿੱਦਾਂ ਲੈਂਦਾ ਹੈਗਾ। ਮੇਰਾ ਕਹਿਣ ਦਾ ਮਤਲਬ ਕੀਤੀਆਂ ਹੀ ਪਤਾ ਲੱਗਦਾ। ਕਹਿੰਦਾ ਦੁੱਧ ਦੇ ਵਿੱਚ ਨਹੀਂ, ਜੇ ਦੁੱਧ ਦੇ ਵਿੱਚ ਕਹਿੰਦਾ ਦੇਸੀ ਘਿਓ ਹੁੰਦਾ, ਦੇਸੀ ਘਿਓ ਬੜਾ ਥਿੱਕ ਜਿਹਾ ਹੁੰਦਾ ਹੈ। ਕਹਿੰਦਾ ਦੁੱਧ 'ਚ ਕਿੱਥੇ ਹੋ ਜਾਊਗਾ, ਦੁੱਧ ਤਾਂ ਪਤਲਾ ਪਿਆ। ਕਹਿੰਦਾ ਝੂਠ ਬੋਲਦਾ ਹੈਗਾ। ਕਹਿੰਦਾ ਦਿਖਾ ਫਿਰ ਮੈਨੂੰ ਜਰਾ ਇਹਦੇ ਵਿੱਚ। ਕਹਿੰਦਾ ਮੇਰੇ ਕੋਲ ਐਨਕ ਵੀ ਹੈਗੀ, ਸਾਰਾ ਕੁਛ ਹੈਗਾ, ਟੈਲੀ ਜੋ ਮਰਜ਼ੀ ਦੇਖ ਲੈ। ਕਹਿੰਦਾ ਮੈਨੂੰ ਇਹ ਦਿਖਾ ਵੀ ਇਹਦੇ 'ਚ ਦੇਸੀ ਘਿਓ ਕਿੱਥੇ, ਦੇਸੀ ਘਿਓ ਆਹ ਹੁੰਦਾ ਹੈ ਤੇ ਦੁੱਧ ਆਹ ਹੁੰਦਾ ਹੈ, ਤੇ ਇਹਦੇ ਵਿੱਚ ਕਿੱਥੇ ਵੜ ਗਿਆ ਦੇਸੀ ਘਿਓ? ਕਹਿੰਦਾ ਉਹ ਕਹਿੰਦਾ ਦੇਖ ਦੇਸੀ ਘਿਓ ਤਾਂ ਇਹਦੇ ਵਿੱਚ, ਠੀਕ ਹੈ, ਜੇ ਦੇਖਣਾ ਹੈ ਨਾ, ਕਹਿੰਦਾ ਗਰਮ ਕਰਕੇ ਨਾ ਦੁੱਧ ਨੂੰ ਜਾਗ ਲਗਾਉਣਾ ਪਊਗਾ। ਕਹਿੰਦਾ ਫਿਰ ਨਾ ਇਹਦਾ ਦਹੀਂ ਬਣ ਜਾਊਗਾ, ਉਹਨੂੰ ਰਿੜਕਣਾ ਪਊਗਾ ਤੇ ਫਿਰ ਇਹਦੇ 'ਚ ਮੱਖਣ ਨਿਕਲੂਗਾ। ਕਹਿੰਦਾ ਫਿਰ ਮੱਖਣ ਨੂੰ ਗਰਮ ਕਰਨਾ ਪਊਗਾ। ਜਦੋਂ ਮੱਖਣ ਨੂੰ ਗਰਮ ਕਰੂਗਾ ਨਾ, ਫਿਰ ਤੈਨੂੰ ਦੇਸੀ ਘਿਓ ਮਿਲ ਜਾਊਗਾ। ਕਹਿੰਦਾ ਅੱਛਾ ਇੱਦਾਂ ਮਿਲ ਜਾਂਦਾ ਹੈ? ਕਹਿੰਦਾ ਹਾਂ ਯਾਰ, ਮੇਰਾ ਤਾਂ ਕੰਮ ਹੀ ਇਹ ਹੈ ਵੀ ਮੈਂ ਦੇਸੀ ਘਿਓ ਡੇਲੀ ਬਣਾਉਂਦਾ ਹੈ। ਕਹਿੰਦਾ ਸਾਡੀ ਤਾਂ ਐਡਾ ਵੱਡੀ ਡੇਅਰੀ ਹੈ।
ਕਹਿੰਦਾ ਮੈਨੂੰ ਲਿਖ ਕੇ ਦਿਓ ਜਰਾ। ਫਿਰ ਕਹਿੰਦਾ ਮੈਨੂੰ ਵੀ ਇੱਕ ਵੈਦ ਨੇ ਕਿਹਾ ਸੀ ਵੀ ਦੇਸੀ ਘਿਓ ਨਾਲ ਕਰ ਲਈ, ਤੇਰਾ ਸਟ੍ਰੈਸ ਘਟ ਜਾ ਕਰੂਗਾ, ਤੇ ਦਵਾਈ ਉਹਦੇ ਨਾਲ ਲੈਣੀ ਪੈਂਦੀ ਪਿਓਰ। ਕਹਿੰਦਾ ਅੱਛਾ ਫਿਰ ਤੂੰ ਲਿਖ ਲੈ। ਫਿਰ ਕਹਿੰਦਾ ਦੁੱਧ ਨੂੰ ਗਰਮ ਕਰਕੇ ਜਾਗ ਲਗਾਉਂਗਾ, ਦਹੀਂ ਮਿਲੂਗਾ, ਦਹੀਂ ਨੂੰ ਦਹੀਂ ਨੂੰ ਰਿੜਕੂੰਗਾ, ਮੱਖਣ ਮਿਲੂਗਾ, ਮੱਖਣ ਨੂੰ ਗਰਮ ਕਰੂੰਗਾ, ਦੇਸੀ ਘਿਓ ਮਿਲੂਗਾ। ਕਹਿੰਦਾ ਪੱਕੀ ਗੱਲ ਹੈ? ਕਹਿੰਦਾ ਬਿਲਕੁਲ ਸੱਚ ਹੈ, ਜਦੋਂ ਵੀ ਲੋੜ ਹੋਵੇ ਤੈਨੂੰ ਪਵੇ। ਤੇ ਕਹਿੰਦਾ ਵੀ ਇਸ ਤਰੀਕੇ ਨੂੰ ਯਾਦ ਰੱਖੀ। ਉਹ ਲਿਖ ਕੇ ਲੈ ਗਿਆ ਆਪਣੀ ਡਾਇਰੀ ਦੇ ਉੱਤੇ, ਤੇ ਆਪਣੇ ਘਰ ਜਾ ਕੇ ਤੇ ਸਵੇਰੇ ਸ਼ਾਮ ਸੈਰ ਕਰਨ ਜਾਂਦਾ ਸੀ। ਉਹਨੇ ਕਿਹਾ ਵੀ ਮੈਨੂੰ ਤਾਂ ਇਹ ਬਹੁਤ ਜ਼ਰੂਰੀ ਹੈ ਮੇਰੀ ਮੈਂਟਲ ਹੈਲਥ ਲਈ ਨਾ। ਵੀ ਵੈਦ ਨੇ ਦੱਸਿਆ ਹੁਣ ਸਵੇਰੇ ਉੱਠ ਕੇ ਪੜਦਾ, ਕਹਿੰਦਾ ਦੁੱਧ ਨੂੰ ਜਾ, ਸਭ ਤੋਂ ਪਹਿਲਾਂ ਦੁੱਧ ਨੂੰ ਗਰਮ ਕਰਕੇ ਜਾਗ ਲਗਾਉਂਗੇ, ਦਹੀਂ ਮਿਲੂਗਾ, ਦਹੀਂ ਨੂੰ ਰਿੜਕਾਂਗੇ, ਮੱਖਣ ਮਿਲੂਗਾ, ਮੱਖਣ ਨੂੰ ਗਰਮ ਕਰਾਂਗੇ, ਦੇਸੀ ਘਿਓ ਮਿਲੂਗਾ, ਦੇਸੀ ਘਿਓ ਮਿਲੂਗਾ। ਜਿਹੜੇ ਦੋਸਤ ਮਿੱਤਰ ਕਹਿੰਦੇ ਸੀ ਤੂੰ ਸੈਰ ਕਰ ਨਹੀਂ ਆਂਦਾ, ਉਹ ਕਹਿੰਦਾ ਯਾਰ ਮੈਨੂੰ ਪ੍ਰੋਬਲਮ ਸੀ, ਥੋੜੀ ਜਿਹੀ ਸਟ੍ਰੈਸ ਬਹੁਤ ਰਹਿੰਦਾ ਸੀ, ਮੈਨੂੰ ਇੱਕ ਦਵਾਈ ਦੱਸੀ ਦੇਸੀ ਘਿਓ ਨਾਲ, ਤੇ ਮੈਂ ਉੱਥੇ ਗਿਆ ਸੀ ਤੇ ਉਹਨਾਂ ਨੇ ਕਿਹਾ ਵੀ ਐਦਾਂ ਮਿਲਦਾ ਹੁੰਦਾ। ਤੇ ਕਹਿੰਦਾ ਮੈਂ ਇਸ ਕਰਕੇ ਉਹ ਕਹਿੰਦਾ ਸਾਨੂੰ ਵੀ ਪ੍ਰੋਬਲਮ ਹੈਗੀ ਹੈ। ਉਹ ਸਾਰੇ ਬੈਠ ਕੇ ਹੁਣ ਸਵੇਰੇ ਉੱਠ ਕੇ ਨਾ ਪੜ੍ਹਦੇ ਆ, ਦੁੱਧ ਨੂੰ ਗਰਮ ਕਰਕੇ ਜਾਗ ਲਗਾਉਂਗੇ, ਦਹੀਂ ਮਿਲੂਗਾ, ਦਹੀਂ ਨੂੰ ਰਿੜਕਾਂਗੇ, ਮੱਖਣ ਮਿਲੂਗਾ, ਮੱਖਣ ਨੂੰ ਗਰਮ ਕਰਾਂਗੇ, ਦੇਸੀ ਘਿਓ ਮਿਲੂਗਾ, ਦੇਸੀ ਘਿਓ ਮਿਲੂਗਾ। 5-7 ਦਿਨਾਂ ਬਾਅਦ ਕਹਿੰਦੇ ਜੀ ਸਾਡੀ ਤਾਂ ਹਾਲਤ ਬਦਲੀ ਨਹੀਂ, ਤੁਸੀਂ ਤਾਂ ਕਹਿੰਦੇ ਬਿਲਕੁਲ ਸੱਚ ਹੈ। ਉਹ ਕਹਿੰਦਾ ਤੁਸੀਂ ਭੁਲੇਖਾ ਲੱਗਿਆ ਹੋਣਾ ਤੁਹਾਨੂੰ। ਕਹਿੰਦਾ ਜੀ ਭੁਲੇਖਾ ਕਿਵੇਂ ਲੱਗ ਸਕਦਾ, ਸਪੈਲਿੰਗ ਵੀ ਮਿਸਟੇਕ ਨਹੀਂ ਕਰਦੇ ਇਸ ਦਾ, ਸਾਹਮਣੇ ਰੱਖ ਕੇ ਪੜ੍ਹਦੇ ਮਤਲਬ ਸਾਡਾ ਅੱਜ। ਉਹ ਕਹਿੰਦਾ ਇਹ ਹੈ, ਕਹਿੰਦਾ ਤੁਸੀਂ ਤਾਂ ਕਹਿੰਦੇ ਬਿਲਕੁਲ ਸੱਚ ਹੈ। ਉਹ ਕਹਿੰਦਾ ਹੈ ਤਾਂ ਸੱਚ ਹੈ, ਪਰ ਹੈ ਤਾਂ ਇਹ ਸਿਧਾਂਤ ਹੈ। ਕਹਿੰਦਾ ਵੀ ਕਰਨਾ ਤਾਂ ਪਊਗਾ ਨਾ ਇੱਦਾਂ, ਮਤਲਬ ਐਦਾਂ ਮੱਥੇ ਨੂੰ ਹੱਥ ਮਾਰਦਾ ਸੀ ਉਹ ਵੀ ਇਹ ਪੜ੍ਹਨੇ ਦਾ ਭੇਦ ਸਮਝਿਆ ਨਹੀਂ। ਉਹਨੂੰ ਪੜ੍ਹਨ ਦੇ ਭਾਵ ਨਾਲ ਪੜ੍ਹੀ ਜਾਂਦੇ ਆ, ਉਸ ਨੂੰ ਸਮਝਣ ਦੇ ਔਰ ਬੁੱਝਣ ਦੇ ਭਾਵ ਦੇ ਨਾਲ ਜਿਹੜਾ ਉਹਦੇ ਵਿੱਚ ਸੱਚ ਸਮਝਾਇਆ ਜਾਂਦਾ। ਐਸੇ ਤਰੀਕੇ ਨਾਲ ਅੱਜ ਪਵਿੱਤਰ ਗ੍ਰੰਥਾਂ ਦੀ ਬਾਣੀ ਇਸੇ ਤਰੀਕੇ ਨਾਲ ਪੜ੍ਹਨ ਦੇ ਭਾਵ ਨਾਲ ਪੜ੍ਹੀ ਜਾਂਦੀ ਹੈ। ਉਸ ਦੇ ਵਿੱਚ ਜੋ ਸਿਧਾਂਤ ਹੈ, ਜੋ ਉਹ ਕਹਿੰਦੇ ਛੱਡੋ, ਸਵਾਰਥ ਨੂੰ ਛੱਡੋ, ਇਹਨਾਂ ਚੀਜ਼ਾਂ ਨੂੰ, ਬੁਰਾਈਆਂ ਨੂੰ ਛੱਡੋ, ਝੂਠ ਨੂੰ ਛੱਡੋ, ਵਿਤਕਰੇ ਕਰਨੇ ਛੱਡੋ, ਜਿਹੜੀਆਂ ਚੀਜ਼ਾਂ ਉਹ ਛੱਡਣ ਨੂੰ ਕਹਿੰਦੇ ਵੀ ਲੋਕਾਚਾਰ ਨੂੰ ਛੱਡ ਦੇ, ਇਸ ਚੀਜ਼ ਨੂੰ ਮਤਲਬ ਉਹ ਛੱਡਿਆ ਨਹੀਂ ਜਾਂਦਾ। ਜੋ ਕਰਨ ਵਾਸਤੇ ਕਹਿੰਦੇ ਆ ਵੀ ਦਇਆ ਨੂੰ, ਪ੍ਰੇਮ ਨੂੰ, ਨਿਡਰਤਾ ਨੂੰ, ਨਿਰਵੈਰਤਾ ਨੂੰ ਧਾਰਨ ਕਰ ਲੈ, ਵੀ ਗੁਣਾਂ ਨੂੰ ਧਾਰਨ ਕਰ ਲੈ, ਬਿਨ ਗੁਣ ਕੀਤੇ ਭਗਤ ਨਾ ਹੋਇਆ ਨਾ, ਹਰ ਕੇ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਏ। ਵੀ ਉਸ ਨੂੰ ਮਾਲਕ ਨੂੰ ਗੁਣ ਚੰਗੇ ਲੱਗਦੇ ਹੈਗੇ ਆ, ਵੀ ਗੁਣਾਂ ਤੋਂ ਬਿਨਾ ਇਹ ਚੀਜ਼ ਨਹੀਂ। ਗੁਣ ਤੇ ਨਾਮ ਪ੍ਰਾਪਤ ਹੋ, ਜਿਹੜੀ ਗੱਲ ਨਾਮ ਦੀ ਕਰਦੇ ਆ ਵੀ ਗੁਣ ਉਹਦੀ ਮਾਂ ਹੈ ਗੁਣ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਪੜ੍ਹੀਆਂ ਜਾਂਦੀਆਂ ਪਰ ਧਾਰਨ ਨਹੀਂ ਕੀਤੀਆਂ ਜਾਂਦੀਆਂ, ਜਿਸ ਕਰਕੇ ਅੱਜ ਪੜ੍ਹ ਕੇ ਪੱਥਰ ਹੋ ਗਏ, ਸੁਣ ਕੇ ਹੋ ਗਏ ਕਠੋਰ। ਜਿਸ ਪੜ੍ਹਨ ਨਾਲ ਸੱਚ ਦਾ ਅਨੁਭਵ ਹੋਣਾ ਸੀ ਉਹ ਪੜ੍ਹਨਾ ਹੈ ਹੋਰ। ਤੇ ਜਿਹੜਾ ਵਿਵਹਾਰ ਦੇ ਵਿੱਚ ਆਣਾ ਸੀਗਾ ਉਹ ਆ ਹੀ ਨਹੀਂ ਰਿਹਾ। ਉਹ ਧਾਰਨ ਤਾਂ ਕੀਤਾ ਨਹੀਂ, ਧਾਰਨ ਤੇ ਖੁਦਗਰਜੀ ਕੀਤੀ ਹੈ। ਇਦਾਂ ਘਿਓ ਕੱਢਣ ਤੇ ਲੱਗੇ ਪੜ੍ਹ ਕੇ ਸੋਚ ਰਹੇ ਵੀ ਘਿਓ ਨਿਕਲ ਜਾਏ, ਜ਼ੋਰ ਲਾਇਆ ਹੋਇਆ ਪੂਰਾ, ਜ਼ੋਰ ਪੂਰਾ ਲੱਗ ਰਿਹਾ, ਸਪੈਲਿੰਗ ਮਿਸਟੇਕ ਵੀ ਨਹੀਂ ਕਰਦੇ। ਕਹਿੰਦੇ ਸਵੇਰੇ ਸ਼ਾਮ ਲੱਗੇ ਹੋਏ ਅਸੀਂ, ਇਹ ਹਾਲਾਤ ਬਣੇ ਹੋਏ ਆ। ਪਰ ਇਸ ਹਾਲਾਤ ਦੇ ਵਿਚਾਲੇ ਹੁਣ ਫਿਰ ਵੀ ਕੁਝ ਲੋਕ ਜਿਹੜੇ ਅਜਿਹੇ ਜਿਹੜੇ ਕਰਨਾ ਚਾਹੁੰਦੇ ਆ, ਜਿਹੜੇ ਫਿਰ ਪ੍ਰੈਕਟੀਕਲ ਆ ਜਾਂਦੇ ਇਸ ਤੇ ਕੁਝ ਹੈਗੇ, ਬਿਲਕੁਲ ਹੈਗੇ। ਉਹਨਾਂ ਨੂੰ ਫਿਰ ਕਿਸ ਤਰੀਕੇ ਦੀਆਂ ਦਿੱਕਤਾਂ ਆਉਂਦੀਆਂ ਨੇ? ਸੰਵਿਧਾਨ ਦੀ ਜੇਕਰ ਗੱਲ ਕਰੀਏ, ਸੰਵਿਧਾਨ ਬੜਾ ਕਲੀਅਰ ਰਾਹ ਦੇ ਦਿੰਦਾ ਤੁਹਾਨੂੰ ਵੀ ਦਾਨ ਆ ਰਿਹਾ ਤਾਂ ਲੈ ਲਓ। ਜੇ ਸੰਵਿਧਾਨ ਕਲੀਅਰ ਰਾਹ ਦੇ ਦਿੰਦਾ, ਜੀਸਸ ਨੂੰ ਸੂਲੀ ਤੇ ਨਹੀਂ ਸੀ ਚੜ੍ਹਨਾ ਪੈਣਾ। ਜੇ ਕਲੀਅਰ ਰਾਹ ਦੇ ਦਿੰਦੇ ਨਾ ਤੇ ਬਾਬਰ ਦੀਆਂ ਜੇਲ੍ਹਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਸੀ ਜਾਣਾ ਪੈਣਾ। ਉਹਨਾਂ ਨੇ ਸੱਚ ਗਾਇਆ ਪਰ ਜੇਲ੍ਹਾਂ 'ਚ ਗਾਇਆ ਫਿਰ। ਤੇ ਜੇਕਰ ਤਵੀਆਂ ਤੇ ਬੈਠਣਾ ਪਿਆ, ਇਸੇ ਕਰਕੇ ਬੈਠਣਾ ਪਿਆ ਕਿ ਸੰਵਿਧਾਨ ਨੇ ਕੋਈ ਰਸਤਾ ਸੇਵਾ ਕਰਨ ਦਾ, ਸਮਾਜ ਸੇਵਾ ਕਰਨ ਦਾ ਨਹੀਂ ਦਿੱਤਾ। ਤੇ ਜੇਕਰ ਕਹਿ ਲਓ ਵੀ ਉਸ ਤੋਂ ਬਾਅਦ ਵੀ ਆਪਾਂ ਗੱਲ ਕਰੀਏ, ਚਾਂਦਨੀ ਚੌਂਕ ਦੇ ਵਿੱਚ ਇੰਨਾ ਕੁਝ ਕਰਨਾ ਪਿਆ, ਕਿਸ ਤਰੀਕੇ ਨਾਲ ਸ਼ਹਾਦਤਾਂ ਹੋਈਆਂ ਉੱਥੇ। ਜੇਕਰ ਸੰਵਿਧਾਨ ਰਸਤਾ ਦੇ ਦਿੰਦਾ, ਰਾਜੇ ਦੀ ਨੀਤੀ ਜੇਕਰ ਅਲਾਉ ਕਰ ਦਿੰਦੀ, ਤੇ ਫਿਰ ਉਸ ਵੇਲੇ ਇਹ ਹਾਲਾਤ ਨਹੀਂ ਸੀ ਬਣਨੇ। 7 ਸਾਲ ਦੇ ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਨਹੀਂ ਸੀ ਖੜਨਾ ਪੈਣਾ। ਕਹਿੰਦੇ ਕੁਰਾਨ ਤਾਂ ਇਜਾਜ਼ਤ ਨਹੀਂ ਦਿੰਦੀ ਖੂਨ ਡੋਲਣ ਦੀ। ਉਹ ਕਹਿੰਦੇ ਖੂਨ ਨਹੀਂ ਡੋਲਦੇ, ਜਿੰਦਾ ਹੀ ਜੀਣ ਦਿੰਦੇ। ਮਤਲਬ ਕਿਸ ਲੈਵਲ ਤੇ, ਮਤਲਬ ਅਸੀਂ ਕਹਿ ਲਓ ਵੀ ਸਾਡਾ ਮਤਲਬ ਕਹਿ ਲਓ ਲੈਵਲ ਕਿੰਨਾ ਜ਼ਿਆਦਾ ਡਾਊਨ ਹੋ ਗਿਆ, ਗਿਰ ਗਿਆ। ਜਿਵੇਂ ਅੱਜ ਕਹਿੰਦੇ ਨਾ ਅਸੀਂ, ਮਤਲਬ ਉਸ ਭਗਵਾਨ ਦੇ ਪ੍ਰਤੀ ਸਾਡਾ ਐਟੀਟਿਊਡ ਕੀ ਹੈ, ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੁੜ ਕਿਛ ਭੇਦ ਨਾ ਜਾਣਤ। ਉਸ ਦਾ ਭੇਦ ਜਿਹੜਾ ਹੈਗਾ ਉਹਨੂੰ ਸਮਝ ਨਹੀਂ ਰਹੇ ਅਸੀਂ। ਉਹ ਕਹਿੰਦੇ ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੇ ਦਾਨ, ਨਾਨਕ ਆਖੇ ਰਾਹ ਹੈ, ਹੋਰ ਗੱਲਾਂ ਸ਼ੈਤਾਨ। ਅਸੀਂ ਪੜ੍ਹਨ ਦੇ ਵਾਸਤੇ ਅਕਲ ਨੂੰ ਵਰਤ ਲੈਂਦੇ ਹਾਂ ਵੀ ਯਾਰ ਪਤਾ ਹੀ ਨਹੀਂ ਲੱਗਿਆ ਜੀ ਟੀਚਰ ਨੇ ਕੀ ਸਮਝਾਇਆ ਸੀ, ਮੇਰੇ ਪੱਲੇ ਨਹੀਂ ਪਿਆ, ਕਹਿੰਦਾ ਯਾਰ ਮੈਨੂੰ ਦੱਸੀ ਜਰਾ। ਪਰ ਜਦੋਂ ਅਸੀਂ ਪਵਿੱਤਰ ਗ੍ਰੰਥਾਂ ਦੀ ਬਾਣੀ ਪੜ੍ਹਦੇ ਹਾਂ, ਸਾਡੇ ਕੋਲ ਸਵਾਲ ਹੀ ਨਹੀਂ ਕੋਈ। ਜਿਹੜੇ ਮਰਜ਼ੀ ਪਵਿੱਤਰ ਗ੍ਰੰਥ ਨੂੰ ਦੇਖੋ ਵੀ ਤੁਸੀਂ ਕੀ ਪੜ੍ਹਿਆ, ਸਾਨੂੰ ਦੱਸੋ ਜਰਾ। ਇਸ ਦੇ ਵਿੱਚ ਮਤਲਬ ਅਸੀਂ ਕੀ ਛੱਡਣਾ ਤੇ ਕੀ ਕਰਨਾ ਹੈਗਾ, ਕਿਸ ਚੀਜ਼ ਦੀ ਪ੍ਰੈਕਟਿਸ ਕਰਨੀ ਹੈਗੀ ਹੈ, ਕਿਹੜੀ ਗੱਲ ਉਹ ਕਹਿੰਦੇ ਆ ਵੀ ਜੇ ਇਹਨੂੰ ਛੱਡਾਂਗੇ ਤੇ ਫਿਰ ਸਾਨੂੰ ਪਰ ਰਿਅਲਾਈਜ਼ ਹੋਏਗਾ ਵੀ ਅਲਟੀਮੇਟ ਸੱਚ ਕੀ ਹੈ। ਸਾਨੂੰ ਬੇਚੈਨੀਆਂ, ਪਰੇਸ਼ਾਨੀਆਂ, ਮਾਨਸਿਕ ਤਣਾਅ ਤੋਂ ਮੁਕਤੀ ਕਿਹੜੀ ਚੀਜ਼ ਦਵਾ ਸਕਦੀ ਹੈ? ਕਿਉਂਕਿ ਜਿਨ੍ਹਾਂ ਨੇ ਇਹ ਲਿਖਿਆ ਸੀ ਉਹਨਾਂ ਦੇ ਜੀਵਨ ਨੂੰ ਅਸੀਂ ਪੜ੍ਹਦੇ ਹਾਂ। ਉਹਨਾਂ ਨੂੰ ਸੰਸਾਰ ਦੇ ਵਿੱਚ ਵੱਡੀਆਂ ਵੱਡੀਆਂ ਉਹ ਸਜ਼ਾਵਾਂ ਮਿਲੀਆਂ, ਕੋਈ ਸ਼ੱਕ ਨਹੀਂ, ਜਿਹੜੀਆਂ ਵੱਡੇ ਵੱਡੇ ਚੋਰਾਂ, ਡਾਕੂਆਂ ਨੂੰ ਨਹੀਂ ਸੀ, ਕ੍ਰਿਮੀਨਲ ਬੰਦਿਆਂ ਨੂੰ ਨਹੀਂ ਸਜ਼ਾਵਾਂ ਮਿਲੀਆਂ, ਉਹ ਸੱਚ ਦੇ ਆਸ਼ਕਾਂ ਨੂੰ
ਮਿਲੀਆਂ ਹੈ 7 ਸਾਲ ਤੇ 9 ਸਾਲ ਤੁਸੀਂ ਦੇਖੋ, ਇਹ ਨਹੀਂ ਹੈ ਮਤਲਬ ਅਦਰਵਾਈਜ਼ ਆਪਾਂ ਦੇਖਦੇ ਸਮਾਜ 'ਚ ਨਹੀਂ ਹੈਗੀਆਂ। ਤੇ ਇਸ ਦੇ ਵਿੱਚ ਮਤਲਬ ਆਪਾਂ ਜਦੋਂ ਵੀ ਇਹ ਚੀਜ਼ ਦੇਖਦੇ ਹੈਗੇ ਆ ਵੀ ਕਿਹੜੀ ਚੀਜ਼ ਅਸੀਂ ਛੱਡਣੀ ਹੈ ਤੇ ਕਿਹੜੀ ਕਰਨੀ ਹੈ, ਇਹ ਅਸੀਂ ਕਦੇ ਵੀ ਪਵਿੱਤਰ ਗ੍ਰੰਥਾਂ ਦੀ ਬਾਣੀ ਪੜ੍ਹ ਕੇ ਕਦੇ ਨਹੀਂ ਇਸ ਦੇ ਉੱਤੇ ਅਸੀਂ ਕਦੇ ਵਿਚਾਰ ਚਰਚਾ ਕੀਤੀ। ਜੇ ਕੋਈ ਸਵਾਲ ਵੀ ਕਰਦਾ ਹੈ, ਨਹੀਂ ਆਪਣੀ ਭਾਵਨਾ ਬਣਾ ਕੇ ਰੱਖ, ਮਤਲਬ ਸੱਚ ਨੂੰ ਭਾਵਨਾਵਾਂ ਦੀ ਭੇਟ ਚੜਾ ਦਿੱਤਾ। ਮੇਰੀ ਤਾਂ ਇਹੀ ਬੇਨਤੀ ਹੱਥ ਬੰਨ੍ਹ ਕੇ ਵੀ ਜੋ ਵੀ ਅੱਜ ਸਾਨੂੰ ਇੰਨਾ ਮਤਲਬ ਬਹੁਤ ਵਧੀਆ ਉਹਨਾਂ ਨੇ ਜੋ ਸਾਨੂੰ ਸੁਝਾਅ ਦਿੱਤੇ ਹੈਗੇ ਆ ਵੀ ਹਾਂ ਉਹਦੇ ਵਿੱਚ ਹੁਕਮ ਹੈ, ਉਹਦੇ ਵਿੱਚ ਹਦਾਇਤ ਹੈ। ਹੁਣ ਹੁਕਮ ਹੋਵੇ ਤੇ ਹਦਾਇਤ ਹੋਵੇ, ਇਹ ਮੰਨਣ ਲਈ ਹੁੰਦੀ ਹੈ ਕਿ ਪੜ੍ਹਨ ਲਈ ਹੁੰਦੀ ਹੈ? ਮਤਲਬ ਇੱਕ ਆਪਣੇ ਬੌਸ ਦੇ ਹੁਕਮ ਨੂੰ ਉਹਨੇ ਈਮੇਲ ਕਰ ਦਿੱਤੀ ਵੀ ਕੱਲ ਨੂੰ ਬਈ ਆਪਾਂ ਨੇ ਅਵੇਅਰਨੈਸ ਕੈਂਪ ਲਗਾਉਣਾ ਹੈਗਾ ਤੇ ਇਹ ਤਿਆਰੀ ਹੋਵੇ, ਇੰਨੀਆਂ ਕੁਰਸੀਆਂ ਤੇ ਇਦਾਂ ਅਰੇਂਜਮੈਂਟ ਕਰਕੇ ਰੱਖੀ। ਈਮੇਲ ਕਰ ਦਿੱਤੀ, ਉਹ ਪੜ੍ਹੀ ਜਾਂਦਾ ਹੈਗਾ ਵੀ ਕੱਲ ਨੂੰ ਸੈਮੀਨਾਰ ਹੈਗਾ ਤੇ ਉਸ ਦੇ ਉੱਤੇ ਇੰਨੀਆਂ ਕੁਰਸੀਆਂ ਤੇ ਇਦਾਂ ਦਾ ਟੈਂਟ ਇੰਨੇ ਬਾਈ ਇਹਨਾਂ ਦਾ ਲਗਾਉਣਾ। ਉਹ ਪੜ੍ਹੀ ਜਾਂਦਾ ਸਵੇਰ ਤੱਕ ਤੇ ਉਧਰ ਬੌਸ ਆ ਗਿਆ, ਕਹਿੰਦਾ ਕਿੱਥੇ ਅਰੇਂਜਮੈਂਟ ਕੀਤਾ? ਕਹਿੰਦਾ ਮੈਂ ਤਾਂ ਜੀ ਉਦੋਂ ਦਾ ਹੀ ਲੱਗਿਆ ਹੋਇਆ, ਜਦੋਂ ਤੁਸੀਂ ਕਿਹਾ ਉਦੋਂ ਦਾ ਹੀ ਪੜ੍ਹ ਰਿਹਾ ਹੈਗਾ। ਮਤਲਬ ਉਹਨੂੰ ਡਿਸਮਿਸ ਨਹੀਂ ਕਰੂਗਾ ਫਿਰ ਉਹ। ਇਸ ਕਰਕੇ ਅੱਜ ਜੋ ਅਸੀਂ ਪੜ੍ਹਦੇ ਹੈਗੇ ਆ, ਸਾਡੇ ਐਕਸ਼ਨ ਦਾ ਕਨੈਕਸ਼ਨ ਬਣੇ ਨਹੀਂ ਰਿਹਾ ਪੜ੍ਹਨ ਦੇ ਨਾਲ। ਜਦੋਂ ਕਨੈਕਸ਼ਨ ਨਾ ਬਣੇ, ਹੁਣ ਭਾਵੇਂ ਜਿੰਨੀ ਮਰਜ਼ੀ ਪਾਵਰ ਹੋਵੇ, ਜਿੰਨੀਆਂ ਮਰਜ਼ੀ ਲਾਈਟਾਂ ਵਧੀਆ ਲੱਗੀਆਂ ਹੋਣ, ਪਰ ਜੇਕਰ ਪਿੱਛੋਂ ਉਹਦਾ ਕਨੈਕਸ਼ਨ ਟੁੱਟ ਜਾਵੇ, ਮੇਨਸ ਜਿਹੜੀ ਸਪਲਾਈ ਨਾਲੋਂ ਟਰਾਂਸਫਾਰਮਰ ਤੋਂ ਮੇਨ ਮੀਟਰ ਦੇ ਵਿੱਚ, ਕਹਿੰਦੇ ਇੱਥੇ ਤਾਂ ਲਾਈਟ ਬਹੁਤ ਹੈ, ਕਹਿੰਦੇ ਠੋਕਰਾਂ ਖਾ ਰਹੇ, ਧੱਕੇ ਖਾ ਰਹੇ ਹਨ, ਜਿਵੇਂ ਅੱਜ ਬੇਚੈਨੀਆਂ ਪਰੇਸ਼ਾਨੀਆਂ ਦੇ ਧੱਕੇ ਖਾ ਰਹੇ ਸੀ ਜਗ੍ਹਾ ਜਗ੍ਹਾ ਤੇ। ਜਦੋਂ ਵੀ ਅਸੀਂ ਸਾਈਕੈਟ੍ਰਿਕ ਡਿਪਾਰਟਮੈਂਟ ਜਾ ਕੇ ਦੇਖਦੇ ਹਾਂ, ਉਹ ਲਾਈਨਾਂ ਹਰ ਵੇਲੇ ਲੰਮੀਆਂ ਵੱਧਦੀਆਂ ਜਾ ਰਹੀਆਂ। ਪਿਛਲੇ ਬੰਦੇ ਜਿਹੜੇ ਰਿਹੈਬਿਲਿਟੇਟ ਨਹੀਂ ਹੁੰਦੇ, ਨਵੇਂ ਹੋਰ ਐਡ ਹੋਈ ਜਾਂਦੇ। ਜੇ 10-20 ਬੰਦੇ ਥੋੜ੍ਹੇ ਬਹੁਤ ਇੰਪਰੂਵ ਹੋ ਗਏ ਤਾਂ 50 ਬੰਦੇ ਨਵੇਂ ਐਡ ਹੋ ਰਹੇ ਹੈ। ਮਤਲਬ ਜਿਹੜੀ ਅਸਲੀ ਬੇਸਿਕ ਸਾਡਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਰੂਟ ਕਾਜ਼ ਦੇ ਉੱਤੇ ਵਰਕ ਨਹੀਂ ਹੋ ਰਿਹਾ, ਵੀ ਐਟੀਟਿਊਡ ਸਾਡਾ ਕਿੱਦਾਂ ਦਾ ਹੋਣਾ ਚਾਹੀਦਾ ਹੈਗਾ। ਸਿਚੁਏਸ਼ਨ ਨੂੰ ਅਸੀਂ ਤਾਂ ਕਿ ਰਿਸਪੌਂਡ ਉਸ ਢੰਗ ਨਾਲ ਕਰੀਏ ਕਿ ਸਾਨੂੰ ਸਟ੍ਰੈਸ ਜਿਹੜਾ ਹੈਗਾ, ਸਾਡੀ ਸਟੇਟ ਆਫ ਮਾਈਂਡ ਡਿਸਟਰਬ ਨਾ ਹੋਵੇ। ਇਸ ਦੇ ਉੱਤੇ ਜਿਹੜੀ ਕਾਉਂਸਲਿੰਗ ਨਹੀਂ ਹੋ ਰਹੀ, ਕੈਮੀਕਲ ਦੇ ਕੇ ਕਿੰਨਾ ਠੀਕ ਕਰ ਲਓਗੇ ਤੁਸੀਂ। ਇਸੇ ਤਰੀਕੇ ਨਾਲ ਮਤਲਬ ਇਹ ਧਰਮ ਦੀ ਦੁਨੀਆ ਦੇ ਵਿੱਚ ਅਸੀਂ ਦੇਖਦੇ ਹੈਗੇ ਵੀ ਜੋ ਕੁਛ ਉਹ ਸਾਨੂੰ ਸਮਝਾ ਰਹੇ ਹੈ ਉਹ ਕਰਨਾ, ਉਹਨੂੰ ਧਾਰਨ ਕਰਨ ਦੀ ਗੱਲ ਜਿਹੜੀ ਹੈਗੀ ਹੈ ਨਾ, ਧਾਰਨ ਕਰਨਾ। ਧਰਮ ਕੀ ਹੈ? ਜੋ ਚੀਜ਼ ਧਾਰਨ ਕੀਤੀ ਹੈ। ਧਾਰਨ ਕੀ ਕੀਤਾ ਹੈ? ਸਵਾਰਥ। ਧਾਰਨ ਕੀ ਕੀਤਾ ਹੋਇਆ? ਲੋਭ, ਕ੍ਰੋਧ, ਹੰਕਾਰ, ਦੂਜੇ ਨੂੰ ਪਿੱਛੇ ਕਿਵੇਂ ਛੱਡਣਾ, ਦੂਜੇ ਨੂੰ ਗਲਤ ਕਿਵੇਂ ਸਾਬਤ ਕਰਨਾ। ਧਾਰਨ ਤੇ ਇਹ ਕੀਤਾ ਹੋਇਆ ਨਾ। ਤੇ ਬੀਜੇ ਬਿਖ, ਮੰਗੈ ਅੰਮ੍ਰਿਤ, ਵੇਖੋ ਇਹਨੇ। ਇਸ ਕਰਕੇ ਸਾਡੀ ਹਰ ਜਿਹੜਾ ਸਾਡਾ ਐਕਸ਼ਨ ਹੈਗਾ, ਕਮਿਟਮੈਂਟ ਐਜ਼ ਆਰ ਦੀ ਐਕਸ਼ਨ ਵੀ ਕਮਿਟ, ਸੋ ਆਰ ਦੀ ਰਿਵਾਰਡਸ ਵੀ ਰਿਸੀਵ। ਠੀਕ ਹੈ, ਅਸੀਂ ਕਰਦੇ ਕੁਛ ਹਾਂ ਤੇ ਚਾਹੁੰਦੇ ਕੁਛ ਹਾਂ। ਅਸੀਂ ਕਰਦੇ ਹਾਂ ਸੰਸਾਰ ਦੇ ਪ੍ਰਭਾਵ ਹੇਠ ਆ ਕੇ ਸਾਰਾ ਕੁਛ ਹੈ ਨਾ। ਅਸੀਂ ਕਰਦੇ ਹਾਂ ਉਹ ਜੋ ਸਾਡਾ ਮਨ ਪ੍ਰਭਾਵਿਤ ਹੈ, ਜੋ ਸਾਡਾ ਮਨ ਚਾਹੁੰਦਾ ਹੈ, ਪਰ ਹੁੰਦਾ ਹੈ ਉਹ, ਮਿਲਦਾ ਹੈ ਉਹ ਜੋ ਉਸ ਮਾਲਕ ਨੂੰ ਭਾਉਂਦਾ ਹੈ। ਅਸੀਂ ਕਰੀਏ ਉਹ ਜੋ ਕੁਦਰਤ ਨੂੰ ਭਾਉਂਦਾ ਹੈ, ਮਿਲੇਗਾ ਉਹ ਜੋ ਸਾਡਾ ਮਨ ਚਾਹੁੰਦਾ। ਜੇ ਸੁੱਖ ਤੇ ਸ਼ਾਂਤੀ ਚਾਹੁੰਦਾ ਤਾਂ ਸਾਨੂੰ ਦਾਨ ਜਿਹੜਾ ਹੈਗਾ ਨਾ, ਉਸ ਦੇ ਜਿਹੜੇ ਸਾਨੂੰ मीनिंग ਜਿਹੜੇ ਉਹ ਸਮਝਣੇ ਹੀ ਪੈਣਗੇ, ਉਹ ਸਮਝਣੇ ਪੈਣਗੇ। ਔਰ ਇਹ ਸਮਝਣਾ ਜ਼ਰੂਰੀ ਕਿਉਂ ਹੈਗਾ? ਅੱਜ ਜਿਹੜੀ ਅਸੀਂ ਚਰਚਾ ਕੀਤੀ ਹੈ, ਇਹ ਇੱਥੇ ਤੱਕ ਸੀਮਤ ਨਹੀਂ ਹੈ ਕਿ ਧਰਮ ਦੇ ਵਿੱਚ ਕੀ ਕਿਹਾ ਸੀਗਾ, ਸੰਵਿਧਾਨ ਨੇ ਕੀ ਰਾਹ ਦਿੱਤਾ ਨਹੀਂ ਦਿੱਤਾ। ਇਹ ਚਰਚਾ ਜਿਹੜੀ ਹੈਗੀ ਹੈ ਉਹ ਇਸ ਲਈ ਜ਼ਰੂਰੀ ਹੈਗੀ ਹੈ, ਸਮਝਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਜੇਕਰ ਇਹ ਗੁਣ, ਇਹ ਆਪਣੇ ਆਪ ਵਿੱਚ ਗੁਣ ਹੈ, ਦੇਣ ਦਾ ਗੁਣ ਜਿਹੜਾ ਹੈਗਾ, ਜਿਹੜਾ ਮੇਰੇ ਕੋਲ ਹੈਗਾ ਔਰ ਮੈਂ ਦੇ ਸਕਦਾ, ਇਹ ਦੇਣ ਦਾ ਗੁਣ ਜੇਕਰ ਸਾਡੇ ਅੰਦਰ ਨਹੀਂ ਆਇਆ ਤਾਂ ਫਿਰ ਅਸੀਂ ਭਾਵੇਂ ਸਾਰੀ ਧਾਰਮਿਕ ਗ੍ਰੰਥ, ਸਾਰੀ ਕਿਤਾਬਾਂ ਪੜ੍ਹ ਲੀਆਂ, ਰੱਟ ਲੀਆਂ, ਉਹਨਾਂ ਦੇ ਮਾਇਨੇ ਜਿਹੜੇ ਹੈਗੇ ਉਹ ਸਿਫਰ ਹੋ ਜਾਣਗੇ। ਅੱਜ ਦੀ ਖਾਸ ਪੇਸ਼ਕਸ਼ ਵਿੱਚ ਇੰਨਾ ਹੀ। ਅਗਲੀ ਕੜੀ ਦੇ ਵਿੱਚ ਫਿਰ ਕਿਸੇ ਹੋਰ ਵਿਸ਼ੇ ਤੇ ਗੱਲ ਕਰਾਂਗੇ, ਚਰਚਾ ਅੱਗੇ ਜਾਰੀ ਰੱਖਾਂਗੇ। ਇਜਾਜ਼ਤ ਦਿਓ।